ਮੇਰੇ ਪਤੀ ਦੀਪ ਦੀ ਲਾਸ਼ ਪਈ ਹੋਈ ਸੀ ਅਤੇ ਮੇਰੀ ਸੱਸ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ। ਮੈਂ ਰੋਂਦੀ ਹੋਈ ਜਾ ਰਹੀ ਸੀ ਕਿ ਅਚਾਨਕ ਮੇਰੀ ਨਜ਼ਰ ਇੱਕ ਔਰਤ ਤੇ ਪਈ ਜੋ ਗੋਦ ਵਿੱਚ ਬੱਚਾ ਲਈ ਚੀਕ ਰਹੀ ਸੀ ਕਿ ਕੋਈ ਮੇਰੀ ਮਦਦ ਕਰੋ ਵਰਨਾ ਮੇਰਾ ਬੱਚਾ ਮਰ ਜਾਵੇਗਾ। ਮੇਰੇ ਕੋਲ ਉਸ ਵਕਤ ਕੁਝ ਹਜ਼ਾਰ ਰੁਪਏ ਸਨ। ਮੈਂ ਉਸ ਨੂੰ ਦੇ ਦਿੱਤੇ। ਉਹ ਖੁਸ਼ੀ ਨਾਲ ਮੈਨੂੰ ਦੁਆਵਾਂ ਦਿੰਦੇ ਬੋਲੀ, ਧੀਏ ਤੂੰ ਵਾਪਸ ਆਪਣੇ ਘਰ ਚਲੀ ਜਾ, ਤੈਨੂੰ ਅਜਿਹੀ ਖੁਸ਼ੀ ਮਿਲੇਗੀ ਜੋ ਅੱਜ ਤੱਕ ਕਦੇ ਕਿਸੇ ਔਰਤ ਨੂੰ ਨਹੀਂ ਮਿਲੀ ਹੋਵੇਗੀ। ਮੈਂ ਹੈਰਾਨ ਹੋਈ ਕਿ ਭਲਾ ਮੈਨੂੰ ਕੀ ਮਿਲ ਸਕਦਾ ਹੈ, ਪਰ ਉਸ ਔਰਤ ਦੀ ਗੱਲ ਸੁਣ ਕੇ ਮੈਂ ਵਾਪਸ ਆਪਣੇ ਸਹੁਰੇ ਘਰ ਆਈ। ਪਰ ਜਿਵੇਂ ਹੀ ਮੇਰੀ ਨਜ਼ਰ ਮੇਰੇ ਪਤੀ ਦੀ ਲਾਸ਼ ਤੇ ਪਈ ਤਾਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ। ਦੀਪ ਅੱਜ ਰੋਜ਼ ਨਾਲੋਂ ਜਲਦੀ ਆਪਣੇ ਕੰਮ ਤੋਂ ਘਰ ਆ ਗਏ ਸਨ। ਮੈਂ ਉਹਨਾਂ ਨੂੰ ਕਿਹਾ, ਜਲਦੀ ਨਾ ਆ ਲਓ, ਤਦ ਤੱਕ ਮੈਂ ਖਾਣਾ ਲਗਾ ਦਿੰਦੀ ਹਾਂ। ਮੈਂ ਤੇ ਮੇਰੀ ਸੱਸ ਖਾਣਾ ਖਾ ਚੁੱਕੇ ਸਨ, ਸਿਰਫ ਮੇਰੇ ਪਤੀ ਹੀ ਬਚੇ ਸਨ। ਮੈਂ ਕਿਚਨ ਵਿੱਚ ਗਈ, ਤਾਜ਼ਾ ਖਾਣਾ ਬਣਾ ਲਿਆ। ਉਸ ਤੋਂ ਬਾਅਦ ਮੈਂ ਚੁੱਲ੍ਹੇ ਤੇ ਚਾਹ ਲਈ ਪਾਣੀ ਚੜਾਇਆ, ਕਿਉਂਕਿ ਸਾਨੂੰ ਸਭ ਨੂੰ ਆਦਤ ਸੀ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਅਸੀਂ ਚਾਹ ਪੀਂਦੇ ਸੀ। ਮੈਂ ਖਾਣਾ ਲੈ ਕੇ ਬਾਹਰ ਆ ਗਈ। ਮੇਰੇ ਪਤੀ ਅਤੇ ਸੱਸ ਵਿਹੜੇ ਵਿੱਚ ਬੈਠੇ ਸਨ। ਮੈਂ ਖਾਣਾ ਲਿਆ ਕੇ ਆਪਣੇ ਪਤੀ ਸਾਹਮਣੇ ਰੱਖ ਦਿੱਤਾ। ਉਹ ਖਾਣਾ ਖਾਣ ਲੱਗੇ। ਸਾਡੇ ਸਭ ਦੇ ਚਿਹਰੇ ਤੇ ਇੱਕ ਖਾਮੋਸ਼ੀ ਸੀ, ਜਦੋਂ ਕਿ ਮੇਰੀ ਸੱਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਸੀ ਜੋ ਮੈਨੂੰ ਕੁਝ ਗਲਤ ਹੋਣ ਦਾ ਸੁਨੇਹਾ ਦੇ ਰਹੀ ਸੀ। ਪਰ ਮੈਂ ਇਸ ਖਿਆਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮੈਂ ਨਹੀਂ ਜਾਣਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਅੱਗੇ ਕਿਹੜਾ ਤੂਫਾਨ ਆਉਣ ਵਾਲਾ ਹੈ। ਮੈਂ ਉੱਠ ਕੇ ਕਿਚਨ ਵਿੱਚ ਗਈ ਤੇ ਚਾਹ ਲੈ ਕੇ ਬਾਹਰ ਆਈ, ਪਰ ਅੱਗੇ ਦਾ ਮੰਜ਼ਰ ਵੇਖ ਕੇ ਮੇਰੇ ਹੱਥੋਂ ਟਰੇ ਹੇਠਾਂ ਡਿੱਗ ਪਈ ਅਤੇ ਇੱਦਾਂ ਲੱਗਿਆ ਕਿਸੇ ਨੇ ਮੇਰੀ ਜਾਨ ਕੱਢ ਲਈ ਹੋਵੇ। ਮੇਰੇ ਪਤੀ ਵਿਹੜੇ ਵਿੱਚ ਡਿੱਗੇ ਪਏ ਸਨ ਅਤੇ ਜ਼ੋਰ-ਜ਼ੋਰ ਨਾਲ ਆਪਣਾ ਸੀਨਾ ਮਲ ਰਹੇ ਸਨ। ਮੇਰੀ ਸੱਸ ਘਬਰਾ ਕੇ ਉਹਨਾਂ ਦੇ ਹੱਥ ਪੈਰ ਮਲ ਰਹੀ ਸੀ ਅਤੇ ਨਾਲ-ਨਾਲ ਕਹਿ ਰਹੀ ਸੀ, ਕੀ ਹੋਇਆ ਦੀਪ, ਤੈਨੂੰ ਕੀ ਹੋਇਆ, ਕੁਝ ਤਾਂ ਦੱਸ। ਮੇਰੀ ਸੱਸ ਚੀਕ-ਚੀਕ ਕੇ ਰੋ ਰਹੀ ਸੀ। ਉਹਨਾਂ ਦੀ ਹਾਲਤ ਵੇਖ ਕੇ ਮੈਂ ਭੱਜਦੇ ਹੋਏ ਦੀਪ ਕੋਲ ਆਈ ਅਤੇ ਉਹਨਾਂ ਨੂੰ ਵੇਖ ਕੇ ਮੈਂ ਵੀ ਚੀਕਣ ਲੱਗੀ। ਦੀਪ ਦਾ ਸਾਰਾ ਜਿਸਮ ਨੀਲਾ ਪੈ ਗਿਆ ਸੀ ਅਤੇ ਉਹਨਾਂ ਦੇ ਮੂੰਹੋਂ ਸਫੇਦ ਝੱਗ ਨਿਕਲ ਰਹੇ ਸਨ। ਉਹ ਆਪਣਾ ਗਲਾ ਫੜ ਕੇ ਬਿਨ ਪਾਣੀ ਮੱਛੀ ਦੀ ਤਰ੍ਹਾਂ ਤੜਫ ਰਹੇ ਸਨ। ਇਸ ਤੋਂ ਪਹਿਲਾਂ ਮੈਂ ਕੁਝ ਸਮਝਦੀ ਜਾਂ ਕਿਸੇ ਨੂੰ ਮਦਦ ਲਈ ਬੁਲਾਉਂਦੀ, ਅਚਾਨਕ ਦੀਪ ਦਾ ਜਿਸਮ ਸੁੱਕ ਕੇ ਕੰਡਾ ਹੋ ਗਿਆ ਅਤੇ ਉਹਨਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਵੀ ਬੇਜਾਨ ਹੋ ਗਈ। 2 ਮਿੰਟ ਵਿੱਚ ਮੇਰੀ ਪੂਰੀ ਦੁਨੀਆ ਖਤਮ ਹੋ ਚੁੱਕੀ ਸੀ। ਦੀਪ ਮੈਨੂੰ ਅਤੇ ਆਪਣੀ ਮਾਂ ਨੂੰ ਇਕੱਲਾ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੇ ਸਨ। ਮੇਰਾ ਸਭ ਕੁਝ ਦੀਪ ਹੀ ਸਨ। ਉਹਨਾਂ ਦੀ ਇਸ ਤਰ੍ਹਾਂ ਅਚਾਨਕ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਬਿਲਕੁਲ ਖਾਲੀ ਹੱਥ ਰਹਿ ਗਈ ਸੀ। ਉਹਨਾਂ ਤੋਂ ਇਲਾਵਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਸਾਡੇ ਘਰ ਦਾ ਰੌਲਾ ਸੁਣ ਕੇ ਗੁਆਂਢੀ ਅਤੇ ਮੁਹੱਲੇ ਵਾਲੇ ਵੀ ਸਾਡੇ ਘਰ ਆ ਚੁੱਕੇ ਸਨ ਅਤੇ ਅੱਗੇ ਦਾ ਮੰਜ਼ਰ ਵੇਖ ਕੇ ਉਹ ਵੀ ਹੈਰਾਨ ਹੋ ਗਏ। ਅਚਾਨਕ ਮੈਨੂੰ ਆਪਣੇ ਆਸ-ਪਾਸ ਘੁਟਨ ਦਾ ਅਹਿਸਾਸ ਹੋਇਆ ਅਤੇ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਅਗਲੇ ਹੀ ਪਲ ਮੈਂ ਜ਼ਮੀਨ ਤੇ ਡਿੱਗ ਪਈ। ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਪਾਇਆ। ਮੇਰਾ ਸਿਰ ਹੁਣੇ ਵੀ ਭਾਰੀ ਸੀ। ਮੈਂ ਉੱਠ ਕੇ ਬਾਹਰ ਭੱਜੀ। ਸਵੇਰ ਹੋ ਚੁੱਕੀ ਸੀ। ਮੈਂ ਪੂਰੀ ਰਾਤ ਬੇਹੋਸ਼ ਰਹੀ ਸੀ। ਮੈਂ ਵੇਖਿਆ ਮੇਰੇ ਪਤੀ ਦੀ ਲਾਸ਼ ਹੁਣ ਵੀ ਘਰ ਦੇ ਬਾਹਰ ਪਈ ਸੀ ਅਤੇ ਮੇਰੀ ਸੱਸ ਉਹਨਾਂ ਦੀ ਮੰਜੀ ਨਾਲ ਲੱਗ ਕੇ ਬੈਠੀ ਸੀ। ਉਹਨਾਂ ਦੀਆਂ ਅੱਖਾਂ ਨੂੰ ਵੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਪੂਰੀ ਰਾਤ ਰੋਈ ਹੋਵੇ। ਜਵਾਨ ਬੇਟੇ ਦਾ ਗਮ ਜੋ ਸੀ, ਇੱਕ ਮਾਂ ਕਰਦੀ ਵੀ ਤਾਂ ਕੀ ਕਰਦੀ। ਫਿਰ ਮੈਂ ਜਿਵੇਂ ਹੀ ਆਪਣੇ ਪਤੀ ਦੀ ਲਾਸ਼ ਕੋਲ ਪਹੁੰਚੀ ਤਾਂ ਮੁਹੱਲੇ ਦੀਆਂ ਸਾਰੀਆਂ ਔਰਤਾਂ ਮੈਨੂੰ ਵੇਖ ਕੇ ਇੱਕ ਦੂਜੇ ਨੂੰ ਕਹਿਣ ਲੱਗੀਆਂ, ਵੇਖ ਲਓ ਹੋ ਗਈ ਮਹਾਰਾਣੀ ਦੀ ਸਵੇਰ, ਕਿਵੇਂ ਦੀ ਬੇਸ਼ਰਮ ਔਰਤ ਹੈ। ਪਤੀ ਦੀ ਲਾਸ਼ ਪਈ ਹੈ ਅਤੇ ਇਹ ਆਪਣੀ ਨੀਂਦ ਪੂਰੀ ਕਰ ਰਹੀ ਹੈ। ਓਏ ਬੇਸ਼ਰਮ, ਕੁਛ ਤਾਂ ਸ਼ਰਮ ਕਰ। ਤੇਰੀ ਬੂढ़ी ਸੱਸ ਕੱਲ ਸ਼ਾਮ ਤੋਂ ਹੀ ਮੰਜੇ ਨਾਲ ਲੱਗ ਕੇ ਬੈਠੀ ਹੈ। ਪਾਣੀ ਦਾ ਇੱਕ ਘੁੱਟ ਵੀ ਨਹੀਂ ਪੀਤਾ ਇਹਨਾਂ ਨੇ। ਇੱਕ ਤੂੰ ਹੈ ਜੋ ਪਹਿਲਾਂ ਆਪਣੇ ਪਤੀ ਨੂੰ ਜਾਨੋਂ ਮਾਰ ਦਿੱਤਾ ਤੇ ਫਿਰ ਬੇਸ਼ਰਮੀ ਨਾਲ ਇਸ ਘਰ ਵਿੱਚ ਰਹਿ ਕੇ ਆਪਣੀ ਨੀਂਦ ਵੀ ਪੂਰੀ ਕਰ ਰਹੀ ਹੈ। ਓਏ ਤੈਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਮੈਂ ਹੈਰਾਨੀ ਨਾਲ ਉਹਨਾਂ ਦੀ ਗੱਲ ਸੁਣ ਰਹੀ ਸੀ। ਉਹ ਕਿੰਨੀ ਸਫਾਈ ਨਾਲ ਸਾਰਾ ਇਲਜ਼ਾਮ ਮੇਰੇ ਤੇ ਪਾ ਰਹੀਆਂ ਸਨ। ਮੈਂ ਇਸੇ ਸੋਚ ਵਿੱਚ ਸੀ। ਫਿਰ ਮੈਂ ਦੀਪ ਕੋਲ ਜਾਣ ਲੱਗੀ। ਮੰਜੀ ਤੱਕ ਪਹੁੰਚੀ ਹੀ ਸੀ ਕਿ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਵਾਲਾਂ ਨੂੰ ਖਿੱਚ ਰਿਹਾ ਹੈ। ਮੈਂ ਜਿਵੇਂ ਹੀ ਮੁੜ ਕੇ ਪਿੱਛੇ ਵੇਖਿਆ ਤਾਂ
मेरी सस ने वालों तो फड़ के मैनू दूर सुੱਟ दिता। मैं जाके दरवाजे कोल डिग्गी। अपने आप नू किसी तरह संभालते हुए मैं फिर तो दीप कोल जान लगी। उदों मेरी सस मेरे वाल आई अते उन्होंने एक जोरदार चपेड़ मेरे मूँह ते मारिया। मेरा मूँह लाल हो गया, गल सुज गई, बुल फट गए ते खून वहन लग गया। हुणे मैं ठीक तरह समझ ही नहीं पाई सी कि उन्हां दीयां गल्लां ने मेरे पैरां हेठों जमीन खिंच लई। वो कह रही सी कि मेरी नज़रां तो दूर हो जा, तू मेरे बेटे दी कातल है, तू मेरे बेटे नू मार दिता, उसकी जान ले लई। जदों तो तू मेरे बेटे दी जिंदगी विच आई है, उसकी जिंदगी नरक नालों भी भैड़ी बना के रख दिती है। फिर भी तेरे कलेजे ठंडक नहीं पई कि तू उसकी जान ले लई। मैं उन्हां अगे हथ जोड़ के कहा, मैं कुछ नहीं किता, मैं इन्हां दी जान नहीं लई, मैं अजिहा क्यों करांगी भला। वो मेरे पति सन, तुसीं मैनूं उन्हां कोल जाण तो ना रोको। पर मेरी सस ते मेरी किसी गल दा असर ना होया। उन्हां ने मैनूं फड़िया ते गेट कोल ले जाके धक्के मार के मैनूं घरों बाहर कढ़ दिता। मेरे ते दुखां दा पहाड़ टुट पिया। एक तां पति दी जुदाई ते दूजा घरों बेघर हो गई। मैं गेट नाल लग के रोण लगी। मैं काफ़ी देर तक उत्थे ही खड़ी रही, पर अंदर वाले सब पत्थर दिल हो चुके सन। मैं टुटे हुए दिल नाल सड़क ते तुरन लगी। मेरा कोई होर ठिकाना सी ही नहीं, जांदी तां कित्थे जांदी। अचानक मैनूं एक औरत दी आवाज़ सुनाई दिती। वो कह रही सी कि रब दे नां ते कोई मेरी मदद करो, मेरा बच्चा 2 दिन तो भुखा है, कोई तां मेरी मदद करो, कोई तां मेरे ते तरस करो। मैं वेख्या मेरे दुपट्टे विच बन्निया उस वक्त मेरे कोल 1000 दा नोट सी। मैं वो नोट उस औरत नूं दे दिता। उस औरत दी गोद विच एक छोटा बच्चा सी जो रो रहा सी। शायद उसनूं भुख लगी हुई सी। उस औरत ने मेरे वल वेख्या ते कहण लगी, धीए कित्थे जा रही है अते रो क्यों रही है, कि तू भी मेरी तरह दुखी है। फिर उसने कहा, रब तेरा भला करे, तेरियां सारियां मुश्किलां दूर हो जाण, तू हमेशा सुखी रही, इस तरह सड़क ते ना चल, जा अपने घर चली जा। मैं कहा, मेरा कोई घर नहीं है, मैं बेसहारा हाँ। उसने कहा, तू बेसहारा नहीं है, जा तू अपने घर चली जा, तेरा घर तेरी राह वेख रहा है, तेरे कोल तां सब कुछ है, फिर क्यों सड़क दी मिट्टी छाण रही है। तू तां राणी है अपने घर दी, जा अपना घर संभाल, अपने घर जा, जा तैनूं अजिही खुशी मिलेगी कि तू कदे सुपने विच भी नहीं सोचा होएगा। मैं बड़ी हैरान हुई कि उस घर विच तां मेरे जवान पति की मौत हो गई है, मेरी पूरी दुनिया लुट चुकी है, भला उत्थे मैनूं किहड़ी खुशी मिल सकती है। हालात अगे मजबूर होके मैं अपने घर वाल मुड़ पई अते सोचा, जाके देखा तां सही किहड़ी खुशी मिलण वाली है। अते खुशी नहीं भी मिली तां एक बार फिर तो मैं अपनी सस दे पैरां विच डिग जावांगी। हो सकता है कि उन्हां नूं मेरे ते तरस आ जावे अते वो आखिरी बार मैनूं दीप तो मिलण देवे। इन्ने विच मैं घर दे दरवाजे तक आ चुकी सी। मैं धड़कदे दिल नाल घर दा दरवाजा खोलिया, पर दरवाजा खुलदे ही सामने दा मंजर वेख मैं हैरत नाल दंग रह गई। मेरा पूरा शरीर कंबण लगा। अंदर तां दोस्तों, कहानी नूं अगे वधाउण तो पहलां मैं अपने बारे थोड़ा दसना चाहांगी। मेरा नाम कुलवीर है। मैं एक छोटे ਜਿਹੇ शहर विच रहिंदी हां। मेरे नाल मेरे पति अते मेरी सस रहिंदे हन। हुणे मेरी उम्र 32 साल है। ਇਹ गल उदों दी है जदों मेरा विआह नहीं होया सी, जदों मैं 21 सालां दी सी अते शहर दे सब तो चंगे कॉलेज विच पढ़िया करदी सी। पूरे कॉलेज विच मेरी खूबसूरती दे चर्चे सन। मेरे पिता एक मशहूर बिजनेसमैन सन, पर उन्हां दा रवैया साडे प्रति शुरू तो ही काफ़ी सख्त सी। मैं अपनी पूरी जिंदगी विच उन्हां नूं कदे मुस्कुराउंदे होए नहीं वेख्या सी। वो हर वक्त गुस्से विच रहिंदे अजिहा नहीं सी कि इस दी कोई वजह सी। वो सुभाਅ तो ही अजिहे सन। मैं उन्हां दी इकलौती धी सी, पर फिर भी उन्हां ने मेरे नाल कदे प्यार नाल गल नहीं कीती। वो मेरी हर छोटी वड्डी जरूरतां दा ख्याल रखदे सन, पर मैं उन्हां दे गुस्से तो परेशान सी। मैं अते मेरी मां हमेशा फूक फूक के ही कदम रखते सन अते इस चीज़ का ख्याल रखते कि कोई भी गल उन्हां दी मर्जी के खिलाफ ना होवे। मेरी माँ भी पढ़ी लिखी औरत सी। मैनू मेरे पापा के रवैये ने अपने घर वालियां तो दूर कर दिता।
हद तो ज़्यादा सख्ती भी इंसान नूं अपणिਆਂ ਤੋਂ दूर कर ਦਿੰਦੀ है। मेरे नाल भी कुछ अजिहा ही होया। उस दिन जदों मैं कालज तो घर आई तां मेरे पापा दे बिजनेस पार्टनर अपनी फैमिली दे नाल साडे ड्राइंग रूम विच बैठे हुए सन। मैं खाना खादा ते सो गई। शाम नूं सो के उठी तां माँ ने दस्सिया कि तेरे पापा ने तेरा विआह अपने बिजनेस पार्टनर दे बेटे रमन नाल तय कर दिता है अते अगले कुछ दिनां विच तेरी मंगणी होने वाली है अते उस तो बाद विआह। उन्हां दी गल सुन के मैनूं अजिहा लगा कि किसी ने मेरे शरीर विच अग ला दित्ती होवे। मैं माँ कोल इस दा विरोध किया तां माँ ने कहा, खबरदार, जो उल्टी सीधी कोई हरकत की अपने बाप दे गुस्से तो तां वाकिफ है तू, इसलिए कोई भी हंगामा करके अपने अते मेरे लिए कोई मुश्किल ना पैदा कर लेना। मैं गुस्से नाल अपने कमरे में चली आई ते अपना फोन लैके तुरंत दीप नूं फोन मिलाया। रोंदे होए उसनूं कहण लगी कि पापा मेरा विआह जबरदस्ती अपने बिजनेस पार्टनर दे बेटे नाल करवाउणा चाहुंदे हन। मैं तुहाडे इलावा किसी होर नाल विआह नहीं कर सकदी। दीप ने कहा, तू फिक्र ना कर, मैं जल्दी ही कुछ करदा हाँ। मैं बहुत परेशान सी। दरअसल मैं अपने क्लासमेट दीप नाल प्यार करदी सी। दीप देखण विच ठीक ठाक सी। उसका ताल्लुक एक मिडिल क्लास घराणे नाल सी, पर मैं उसदे लई कुछ भी कर सकदी सी। उसदे घर ते सिर्फ उसदी माँ अते ओ रहिंदे सन। उसदी वड्डी भैण भी सी जिसदा विआह बहुत पहला ही हो चुकिया सी। पिता बहुत पहला ही गुजर चुके सन। दीप दे पिता दा एक छोटा जिहा कंमकाज सी जिसनूं हुण दीप ही संभालदा सी। पर मैनूं इस गल तो कोई एतराज़ नहीं सी, क्योंकि मैं कदे भी अपने पैसे ते घमंड नहीं किया कि मैं वड्डे बाप दी धी हाँ। मैनूं बस दीप दा साथ चाहिदा सी। मैं दीप नाल घट विच ही गुजारा कर लैंदी, पर दीप बिना नहीं रह सकदी सी। दिन इंज ही गुजरते गए अते मेरी मंगनी रमन नाल हो गई, पर मैं इस विआह तो खुश नहीं सी। हौली हौली करके मेरे विआह का दिन भी आ गया। मेरे विआह तो एक हफ्ता पहला दीप अते उसदी माँ मेरे लिए रिश्ता लैके आए। मेरे पिता ने उन्हां नूं बेइज्जत करके घर तो कढ़ दिता अते मेरे तो मेरा मोबाइल भी खो लिया। मैं बहुत ज़्यादा मुश्किल विच सी कि हुण मैं की करा। जिस दिन मेरा विआह सी उस दिन लगभग दोपहर 2 बजे मैनूं तैयार होने लई पार्लर जाना सी। माँ ने मेरी सहेली नूं मेरे नाल भेजदे होए कहा, टाइम तो घर आ जाना। मैं हाँ विच अपना सिर हिला दिता अते दोने सहेलियां गड्डी विच बैठ के पार्लर जाण लई निकल गई। मैं जल्दी तो अपनी सहेली दे हत्थों मोबाइल लिया ते तुरंत दीप कोल फोन ला लिया। दीप ने पहला बहुत नाराज़गी जताई कि तुहाडे पापा ने साडे नाल चंगा नहीं किया, उन्हां नूं मेरी माँ की बेइज्जती नहीं करनी चाहिए सी, पर फिर भी मैं तेरी खातर सब कुछ भुला दिता। तू मैनू दस के हुण मैनू करना की है। मैं दीप नूं कहा, हुण साडे कोल एक ही रस्ता है कि असीं दोने कोर्ट मैरिज कर लैंदे हां। मैं पार्लर विच हां, तुसीं इत्थे आओ अते मैनू जल्दी लैके जाओ। असीं अज ही कोर्ट मैरिज कर लैंदे हां। दीप ने कहा, कि ये सब ठीक होवेगा? मैं कहा, सब कुछ ठीक ही होवेगा। मैं उन्हां दी इकलौती थी हाँ। हौली हौली वो सब कुछ भुला के मैनू अपना लैणगे। दीप ने कहा, अच्छा ठीक है, मैं तुहाडे पार्लर दे आस पास ही खड़ा रहा, तू मैनू फोन कर देना। पार्लर वार पहुँचते ही मैं ड्राइवर नूं कोई बहाना करके भेज दिता। ड्राइवर दे जाण तो बाद मैं तुरंत दीप नूं फोन मिलाया अते उसनूं आउण लई कहा। वो थोड़ी ही देर विच मेरे कोल आ गया। मैं अपनी दोस्त नूं सब कुछ समझा दिता सी अते उस दे बाद मैं दीप नाल चली गई। असीं दोहां ने कोर्ट मैरिज कर लई अते उस दे बाद दीप दी दुल्हन बन के उसदे घर आ गई। मैं ये नहीं जानती सी कि मैं एक कदम चुक के कितनी वड्डी गलती की है। उधर जिवें ही मेरे माँ बाप नूं मेरे लापता होने की खबर मिली तां उन्हां ते सत्ते आसमान इकट्ठे ही टुट पए। उन्होंने कदे सोचा भी नहीं सी कि मैं अजिहा भी कुछ कर सकती हाँ। मेरे घर तक क्यामत आ गई सी। मेरे पापा उसे वक्त मैनू जानो मार लई निकले, पर माँ ने उन्हां दे पैर फड़ के कहा, इन्ना गुस्सा ना करो, वो साडी इकलौती धी है। भले ही तुसीं उसनूं माफ़ नहीं कर सकदी, पर उसकी जान बख्श दिओ। माँ दे लख समझाउण ते पापा किसी तरह मन्ने। मैनू दीप दे घर आए 1 हफ्ता हो गया सी, पर मेरे पैके विच खामोशी सी। मैं ये ना समझ सकी कि तूफान आउण तो पहला
हर पासे खामोशी ही हुंदी है। मैं अपनी पढ़ाई छड़ दित्ती, पर दीप ने अपनी पढ़ाई जारी रखी अते नाल-नाल ਉਹ अपना काम भी करते सन। मेरी सस आंढ गुआंढ ਦੇ ਕੱਪੜੇ सिलाई करती सी। मैं भी ਉਹਨਾਂ ਨਾਲ ਰਹਿੰਦੇ ਰਹਿੰਦੇ सिलाई सिख ਲਈ ਸੀ। ਮੇਰੇ ਸਹੁਰੇ ਘਰ ਵਾਲਿਆਂ ਦੀ ਹਾਲਤ ਬਹੁਤ ਚੰਗੀ ਨਹੀਂ ਸੀ। ਮੈਨੂੰ ਸ਼ੁਰੂ ਵਿੱਚ ਪਰੇਸ਼ਾਨੀ ਹੋਈ, ਪਰ ਹੌਲੀ-ਹੌਲੀ ਮੈਂ ਇੱਥੇ ਐਡਜਸਟ ਹੋ ਹੀ ਗਈ ਸੀ। ਇਸੇ ਤਰ੍ਹਾਂ ਸਾਡੇ ਵਿਆਹ ਨੂੰ 6 ਮਹੀਨੇ ਗੁਜ਼ਰ ਗਏ। ਮੈਨੂੰ ਮਹਿਸੂਸ ਹੋਇਆ ਕਿ ਮੇਰੀ ਸੱਸ ਦਾ ਰਵੱਈਆ ਮੇਰੇ ਪ੍ਰਤੀ ਕੁਝ ਅਜੀਬ ਹੁੰਦਾ ਜਾ ਰਿਹਾ ਸੀ। ਉਹ ਬਾਰ-ਬਾਰ ਮੈਨੂੰ ਕਹਿੰਦੀ ਕਿ ਹੁਣ ਤੈਨੂੰ ਆਪਣੇ ਮਾਂ-ਬਾਪ ਤੋਂ ਮਿਲਣ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਤੂੰ ਉਹਨਾਂ ਦੀ ਇਕਲੌਤੀ ਧੀ ਹੈ। ਉਹ ਤੈਨੂੰ ਯਾਦ ਕਰਦੇ ਹੋਣਗੇ। ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਬਾਪ ਦੇ ਗੁੱਸੇ ਦਾ ਸਾਹਮਣਾ ਕਰ ਪਾਉਂਦੀ। ਉਹਨਾਂ ਦੀ ਗੱਲਾਂ ਤੇ ਮੈਂ ਹਰ ਵਾਰ ਕੋਈ ਨਾ ਕੋਈ ਬਹਾਨਾ ਕਰਕੇ ਟਾਲ ਦਿੰਦੀ। ਖੈਰ, ਦਿਨ ਗੁਜ਼ਰਦੇ ਜਾ ਰਹੇ ਸਨ। ਦੀਪ ਦਾ ਰਵੱਈਆ ਵੀ ਮੇਰੇ ਪ੍ਰਤੀ ਕੁਝ ਅਜੀਬ ਜਿਹਾ ਹੁੰਦਾ ਜਾ ਰਿਹਾ ਸੀ। ਮੈਂ ਉਹਨਾਂ ਨੂੰ ਉਹਨਾਂ ਦੇ ਰਵੱਈਏ ਬਾਰੇ ਪੁੱਛਣਾ ਚਾਹੁੰਦੀ ਸੀ। ਫਿਰ ਸੋਚਿਆ ਹੋ ਸਕਦਾ ਹੈ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੋਵੇ, ਇਸ ਲਈ ਪਰੇਸ਼ਾਨ ਹੋਣ। ਉਸ ਦਿਨ ਵੀ ਹਰ ਰੋਜ਼ ਦੀ ਤਰ੍ਹਾਂ ਦੀਪ ਨਾਸ਼ਤਾ ਕਰਕੇ ਆਪਣੇ ਕੰਮ ਤੇ ਚਲੇ ਗਈ। ਮੈਂ ਆਪਣੇ ਸਾਰੇ ਕੰਮ ਨਿਪਟਾਏ ਅਤੇ ਸਕੂਨ ਨਾਲ ਬੈਠ ਗਈ, ਕਿਉਂਕਿ ਹੁਣ ਮੇਰੇ ਪਤੀ ਨੇ ਘਰ ਰਾਤ ਨੂੰ ਹੀ ਆਉਣਾ ਸੀ। ਉਦੋਂ ਹੀ ਮੇਰੇ ਕੰਨਾਂ ਵਿੱਚ ਮੇਰੇ ਪਤੀ ਦੀ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਬੜੀ ਹੈਰਾਨੀ ਹੋਈ ਕਿ ਉਹ ਅੱਜ ਇੰਨੀ ਜਲਦੀ ਕਿਵੇਂ ਆ ਗਏ। ਮੈਂ ਜਾ ਕੇ ਵੇਖਿਆ ਤਾਂ ਮੇਰੀ ਸੱਸ ਬਾਹਰ ਆ ਕੇ ਬੈਠੀ ਸੀ। ਉਹਨਾਂ ਨੇ ਦੀਪ ਤੋਂ ਜਲਦੀ ਘਰ ਆਉਣ ਦੀ ਵਜ੍ਹਾ ਪੁੱਛੀ ਤਾਂ ਦੀਪ ਨੇ ਕਿਹਾ ਅੱਜ ਕਾਲਜ ਦੀ ਵੀ ਛੁੱਟੀ ਸੀ ਅਤੇ ਦਫ਼ਤਰ ਵਿੱਚ ਵੀ ਕੁਝ ਖਾਸ ਕੰਮ ਨਹੀਂ ਸੀ, ਇਸ ਲਈ ਮੈਂ ਜਲਦੀ ਆ ਗਿਆ। ਮੈਂ ਦੀਪ ਨੂੰ ਖਾਣਾ ਦਿੱਤਾ ਤੇ ਉਸ ਤੋਂ ਬਾਅਦ ਕਿਚਨ ਵਿੱਚ ਚਾਹ ਲੈਣ ਗਈ। ਵਾਪਸ ਆਈ ਤਾਂ ਵੇਖਿਆ ਮੇਰੇ ਪਤੀ ਦੀਪ ਮਰ ਚੁੱਕੇ ਸਨ। ਮੈਂ ਇਹ ਮੰਜ਼ਰ ਨਾ ਵੇਖ ਪਾਈ ਅਤੇ ਬੇਹੋਸ਼ ਹੋ ਗਈ। ਇਸ ਤੋਂ ਅੱਗੇ ਜਿਵੇਂ ਤੁਸੀਂ ਪਹਿਲਾਂ ਸੁਣ ਚੁੱਕੇ ਹੋ, ਮੈਂ ਘਰ ਪਹੁੰਚ ਕੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਮੰਜ਼ਰ ਵੇਖ ਕੇ ਮੇਰੇ ਹੋਸ਼ ਉੱਡ ਗਏ ਸਨ। ਦਰਵਾਜ਼ਾ ਖੋਲ੍ਹਦੇ ਹੀ ਮੇਰੇ ਤੇ ਫੁੱਲਾਂ ਦੀ ਵਰਖਾ ਹੋਣ ਲੱਗੀ। ਮੈਂ ਨਜ਼ਰ ਚੁੱਕ ਕੇ ਵੇਖਿਆ ਤਾਂ ਮੇਰੇ ਪਤੀ ਦੀ ਲਾਸ਼ ਗਾਇਬ ਸੀ ਅਤੇ ਨਾਲ ਹੀ ਸਾਰੇ ਲੋਕ ਵੀ ਗਾਇਬ ਸਨ। ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਫੁੱਲਾਂ ਨਾਲ ਦਰਵਾਜ਼ੇ ਤੋਂ ਲੈ ਕੇ ਅੰਦਰ ਜਾਣ ਦਾ ਇੱਕ ਰਸਤਾ ਬਣਾਇਆ ਗਿਆ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇਹ ਕੀ ਹੋ ਰਿਹਾ ਹੈ। ਜਿਸ ਘਰ ਵਿੱਚ ਹੁਣੇ ਥੋੜੀ ਦੇਰ ਪਹਿਲਾਂ ਇੱਕ ਜਵਾਨ ਮੌਤ ਹੋਈ ਸੀ, ਉੱਥੇ ਫੁੱਲਾਂ ਦੀ ਵਰਖਾ ਕਿਉਂ ਹੋ ਰਹੀ ਹੈ? ਮੇਰੇ ਪਤੀ ਦੀ ਲਾਸ਼ ਕਿੱਥੇ ਗਈ? ਇਹ ਸਭ ਵੇਖ ਕੇ ਮੈਂ ਬੜੀ ਹੈਰਾਨ ਹੋਈ ਕਿ ਇਹ ਕੀ ਹੈ। ਇਹ ਤਾਂ ਸੋਗ ਵਾਲਾ ਘਰ ਹੈ, ਇੱਥੇ ਤਾਂ ਸੋਗ ਹੋਣਾ ਚਾਹੀਦਾ ਸੀ। ਤਾਂ ਇਹ ਸਭ ਕੀ ਹੈ? ਮੇਰੀ ਸੱਸ ਕਿੱਥੇ ਗਈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਉਹਨਾਂ ਫੁੱਲਾਂ ਦੀਆਂ ਪੱਤੀਆਂ ਤੋਂ ਗੁਜ਼ਰਦੇ ਹੋਏ ਘਰ ਅੰਦਰ ਗਈ। ਅੰਦਰੋਂ ਆਉਣ ਵਾਲੀ ਆਵਾਜ਼ ਸੁਣ ਕੇ ਮੈਨੂੰ ਆਪਣੇ ਕੰਨਾਂ ਤੇ ਭਰੋਸਾ ਨਹੀਂ ਹੋਇਆ ਅਤੇ ਮੈਨੂੰ ਉਸ ਔਰਤ ਦੀਆਂ ਗੱਲਾਂ ਸੱਚ ਲੱਗਣ ਲੱਗੀਆਂ। ਉਸਨੇ ਸੱਚ ਹੀ ਕਿਹਾ ਸੀ। ਮੈਂ ਬੇਸਹਾਰਾ ਨਹੀਂ, ਸਗੋਂ ਭੋਲੀ ਅਤੇ ਘੱਟ ਅਕਲ ਹਾਂ। ਮੇਰੀ ਨੱਕ ਦੇ ਹੇਠਾਂ ਇੰਨੀ ਵੱਡੀ ਤੇ ਘਿਨੌਣੀ ਸਾਜ਼ਿਸ਼ ਰਚਾਈ ਗਈ, ਪਰ ਮੈਂ ਬੇਖਬਰ ਰਹੀ। ਕਿਵੇਂ ਮੁਹੱਬਤ ਦੀ ਆੜ ਵਿੱਚ ਮੇਰੇ ਨਾਲ ਇੰਨਾ ਗੰਦਾ ਖੇਡ ਖੇਡਿਆ ਗਿਆ। ਮੈਨੂੰ ਆਪਣੇ ਆਪ ਦੀ ਕਮ ਅਕਲੀ ਤੇ ਗੁੱਸਾ ਆਇਆ। ਮੈਂ ਕਿਵੇਂ ਇੱਕ ਸ਼ਖਸ ਨੂੰ ਇੰਨੇ ਮੌਕੇ ਦਿੱਤੇ ਕਿ ਉਹ ਮੇਰੀ ਜ਼ਿੰਦਗੀ ਨਾਲ ਇਸ ਤਰ੍ਹਾਂ ਖੇਡ ਗਿਆ। ਮੇਰੀ ਸੱਸ ਮੇਰੇ ਪਤੀ ਨੂੰ ਕਹਿ ਰਹੀ ਸੀ ਸਾਰੀ ਤਿਆਰੀ ਹੋ ਗਈ ਹੈ, ਤੂੰ ਜਾ ਅਤੇ ਉਸ ਨੂੰ ਕਿਤੋਂ ਵੀ ਲੱਭ ਕੇ ਲਿਆ। ਮੇਰੇ ਪਤੀ ਨੇ ਕਿਹਾ ਮੈਂ ਤਾਂ ਉਸ ਦੀ ਨਜ਼ਰ ਵਿੱਚ ਮਰ ਚੁੱਕਿਆ ਹਾਂ, ਉਹ ਕਿਵੇਂ ਆਵੇਗੀ ਮੇਰੇ ਨਾਲ? ਫਿਰ ਮੇਰੀ ਸੱਸ ਨੇ ਕਿਹਾ ਉਹ ਬਹੁਤ ਭੋਲੀ ਹੈ, ਤੂੰ ਉਸ ਦੇ ਸਾਹਮਣੇ ਕੋਈ ਬਹਾਨਾ ਬਣਾ ਦੇਣਾ, ਕਹਿ ਦੇਣਾ ਕਿ ਮੈਂ ਬੇਹੋਸ਼ ਹੋ ਗਿਆ ਸੀ ਤਾਂ ਲੋਕਾਂ ਨੇ ਮੈਨੂੰ ਮੁਰਦਾ ਸਮਝ ਲਿਆ। ਤਾਂ ਇਸ ਵਿੱਚ ਮੈਂ ਕੀ ਕਰ ਸਕਦਾ ਹਾਂ? ਕੁਝ ਵੀ ਕਰਕੇ ਕਿਸੇ ਵੀ ਕੀਮਤ ਤੇ ਉਸ ਨੂੰ ਵਾਪਸ ਲੈ ਕੇ ਆ। ਤੂੰ ਜਾਣਦਾ ਹੈ ਨਾ ਕਿ ਜਿਸ ਮਕਸਦ ਲਈ ਤੂੰ ਉਸ ਨਾਲ ਵਿਆਹ ਕੀਤਾ ਸੀ, ਉਹ ਮਕਸਦ ਹੁਣ ਜਾ ਕੇ ਪੂਰਾ ਹੋਇਆ ਹੈ। ਹੁਣ ਉਸ ਨੂੰ ਇਦਾਂ ਤਾਂ ਨਹੀਂ ਜਾਣ ਦੇ ਸਕਦੇ ਨਾ। ਕਿੰਨਾ ਇੰਤਜ਼ਾਰ ਕੀਤਾ ਸੀ ਮੈਂ ਇਸ ਦਿਨ ਦਾ। ਮੈਂ ਕਿੰਨੀ ਖੁਸ਼ ਹੋਈ ਸੀ ਜਦੋਂ ਤੂੰ ਮੈਨੂੰ ਆ ਕੇ ਦੱਸਿਆ ਸੀ ਤੂੰ ਇੱਕ ਬਹੁਤ ਅਮੀਰ ਕੁੜੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਪਰ ਮੈਨੂੰ ਕੀ ਪਤਾ ਸੀ ਕਿ ਉਸ ਦਾ ਖੜੂਸ ਬਾਪ ਇੰਨਾ ਸਖਤ ਹੋਏਗਾ। ਉਸ ਬੁੱਢੇ ਨੇ ਤਾਂ ਸਾਰਾ ਪਲਾਨ ਹੀ ਚੌਪਟ ਕਰ ਦਿੱਤਾ। ਅਤੇ ਇਸ ਨੂੰ ਵੇਖੋ, ਲੇਲਾ ਕਿਤੇ ਦੀ ਤੇਰੇ ਨਾਲ ਚਿਪਕ ਕੇ ਹੀ ਬੈਠ ਗਈ। ਮੈਂ ਤਾਂ ਤੇਰੀ ਮੌਤ ਦਾ ਡਰਾਮਾ ਇਸ ਲਈ ਰਚਿਆ ਸੀ ਕਿ ਉਸ ਤੇ ਇਲਜ਼ਾਮ ਲਾ ਕੇ ਉਸ ਨੂੰ ਘਰ ਤੋਂ ਕੱਢ ਦੇਵਾਂਗੀ, ਕਿਉਂਕਿ ਉਸ ਦੇ ਪੇਕੇ ਤੋਂ ਤਾਂ ਇੱਕ ਫੁੱਟੀ ਕੌੜੀ ਵੀ ਨਹੀਂ ਮਿਲਣੀ ਸੀ। ਅਸੀਂ ਕਦੋਂ ਤੱਕ ਉਸ ਨੂੰ ਮੁਫਤ ਵਿੱਚ ਰੋਟੀਆਂ ਖਵਾਉਂਦੇ ਰਹਿੰਦੇ। ਇਸ ਲਈ ਮੈਂ ਜਾਣ ਬੁੱਝ ਕੇ
तेरे खाने 'ਚ बेहोशी ਦੀ ਦਵਾਈ ਮਿਲਾਈ ਅਤੇ ਸਪਰੇਅ ਨਾਲ ਝੱਗ ਵੀ ਲਗਾ ਦਿੱਤੀ ਅਤੇ ਖੂਨ ਦਾ ਕੀ ਥੋੜਾ ਜਿਹਾ ਰੰਗ ਲਗਾ ਦਿੱਤਾ ਅਤੇ ਤੇਰਾ ਨੱਕ ਅਤੇ ਮੂੰਹ ਖੂਨ ਨਾਲ ਭਰ ਗਏ। ਮੈਂ ਹੈਰਾਨੀ ਨਾਲ ਖੜੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਅਗਲੀ ਗੱਲ ਸੁਣ ਕੇ ਤਾਂ ਇੰਜ ਲੱਗਾ ਜਿਵੇਂ ਕਿਆਮਤ ਤਾਂ ਹੁਣ ਆਈ ਹੈ। ਪਹਿਲਾਂ ਤਾਂ ਬਸ ਛੋਟੇ-ਮੋਟੇ ਝਟਕੇ ਸਨ। ਮੇਰੀ ਸੱਸ ਦੀ ਅਗਲੀ ਗੱਲ ਨੇ ਮੇਰੇ ਜਿਸਮ ਤੋਂ ਜਾਨ ਹੀ ਕੱਢ ਦਿੱਤੀ। ਮੈਂ ਬੇਤਹਾਸਾ ਫਰਸ਼ ਤੇ ਡਿੱਗ ਪਈ। ਮੇਰੇ ਪਤੀ ਅਤੇ ਸੱਸ ਨੇ ਕੁਝ ਡਿੱਗਣ ਦੀ ਆਵਾਜ਼ ਸੁਣ ਕੇ ਦਰਵਾਜ਼ੇ ਵੱਲ ਵੇਖਿਆ ਤਾਂ ਉਹਨਾਂ ਦੇ ਚਿਹਰੇ ਤੇ ਖੌਫ ਦੇ ਸਾਏ ਮੰਡਰਾਉਣ ਲੱਗੇ। ਉਹਨਾਂ ਨੇ ਮੈਨੂੰ ਚੁੱਕ ਕੇ ਬਿਸਤਰ ਤੇ ਲਿਟਾਇਆ ਅਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰਾ ਪਤੀ ਦੀਪ ਕਮਰੇ ਵਿੱਚ ਬੇਚੈਨੀ ਨਾਲ ਟਹਿਲ ਰਿਹਾ ਸੀ। ਮੈਂ ਤੁਰੰਤ ਉੱਠੀ ਅਤੇ ਕਿਹਾ, ਮੈਨੂੰ ਆਪਣੇ ਮਾਂ-ਬਾਪ ਦੇ ਘਰ ਜਾਣਾ ਹੈ। ਮੈਂ ਉਹਨਾਂ ਦੀ ਕੋਈ ਵੀ ਗੱਲ ਸੁਣੇ ਬਿਨਾਂ ਬਾਹਰ ਭੱਜ ਪਈ ਅਤੇ ਆਪਣੇ ਮਾਂ-ਪਾਪਾ ਦੇ ਘਰ ਪਹੁੰਚ ਗਈ। ਉੱਥੇ ਪਹੁੰਚੀ ਤਾਂ ਪਤਾ ਲੱਗਿਆ ਕਿ ਮੇਰੇ ਪਾਪਾ ਇੱਕ ਹਫ਼ਤੇ ਪਹਿਲਾਂ ਹੀ ਇਸ ਦੁਨੀਆ ਤੋਂ ਚੱਲ ਵਸੇ ਅਤੇ ਆਪਣੀ ਪੂਰੀ ਪ੍ਰਾਪਰਟੀ ਮੇਰੇ ਨਾਂ ਕਰ ਗਏ। ਮੇਰੀ ਮਾਂ ਮੈਨੂੰ ਵੇਖਦੇ ਹੀ ਮੇਰੇ ਗਲ ਲੱਗ ਕੇ ਰੋਣ ਲੱਗੀ। ਇਹੀ ਹਾਲ ਮੇਰਾ ਵੀ ਸੀ। ਦਰਅਸਲ ਦੀਪ ਨੇ ਦੌਲਤ ਦੀ ਲਾਲਚ ਵਿੱਚ ਆ ਕੇ ਮੇਰੇ ਨਾਲ ਵਿਆਹ ਕੀਤਾ ਸੀ। ਪਹਿਲਾਂ ਤਾਂ ਸਭ ਠੀਕ ਰਿਹਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਪਾਪਾ ਗੁੱਸੇ ਵਿੱਚ ਮੈਨੂੰ ਫੁੱਟੀ ਕੌੜੀ ਨਹੀਂ ਦੇਣ ਵਾਲੇ ਤਾਂ ਉਹਨਾਂ ਦਾ ਦਿਲ ਮੇਰੇ ਪ੍ਰਤੀ ਖੱਟਾ ਹੋ ਗਿਆ। ਦੋਨੇ ਮਾਂ ਬੇਟੇ ਮੈਨੂੰ ਘਰੋਂ ਕੱਢਣ ਦੀ ਵਜ੍ਹਾ ਲੱਭਣ ਲੱਗੇ ਅਤੇ ਜਦੋਂ ਉਹਨਾਂ ਨੂੰ ਕੋਈ ਵਜ੍ਹਾ ਨਾ ਮਿਲੀ ਤਾਂ ਆਪਣੇ ਮਰਨ ਦਾ ਡਰਾਮਾ ਹੀ ਰਚਾ ਬੈਠੇ ਅਤੇ ਮੇਰੇ ਤੇ ਇਲਜ਼ਾਮ ਲਗਾ ਕੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪਰ ਮੇਰੇ ਘਰ ਤੋਂ ਜਾਂਦੇ ਹੀ ਉਹਨਾਂ ਨੇ ਕਿਸੇ ਤੋਂ ਖਬਰ ਸੁਣੀ ਕਿ ਮੇਰੇ ਪਾਪਾ ਮਰ ਗਏ ਅਤੇ ਆਪਣੀ ਪੂਰੀ ਪ੍ਰਾਪਰਟੀ ਮੇਰੇ ਨਾਂ ਕਰ ਗਏ ਤਾਂ ਇਹ ਖਬਰ ਸੁਣਦੇ ਹੀ ਮੇਰਾ ਪਤੀ ਉੱਠ ਕੇ ਬੈਠ ਗਿਆ। ਮੁਹੱਲੇ ਵਾਲਿਆਂ ਨੇ ਇਹੀ ਸਮਝਿਆ ਕਿ ਸਾਡੀ ਹੀ ਗਲਤੀ ਹੈ, ਅਸੀਂ ਹੀ ਬੇਹੋਸ਼ੀ ਨੂੰ ਮੌਤ ਸਮਝ ਲਿਆ। ਇੱਕ ਇੱਕ ਕਰਕੇ ਸਾਰੇ ਲੋਕ ਉੱਥੋਂ ਚਲੇ ਗਏ। ਮੇਰੀ ਸੱਸ ਅਤੇ ਮੇਰੇ ਪਤੀ ਪ੍ਰਾਪਰਟੀ ਦੇ ਲਾਲਚ ਵਿੱਚ ਹੁਣ ਮੈਨੂੰ ਵਾਪਸ ਲਿਆਉਣਾ ਚਾਹੁੰਦੇ ਸਨ ਤਾਂ ਕਿ ਮੇਰੀ ਪੂਰੀ ਪ੍ਰਾਪਰਟੀ ਆਪਣੇ ਨਾਂ ਕਰਵਾ ਸਕਣ ਅਤੇ ਇਸ ਲਈ ਉਹਨਾਂ ਨੇ ਮੈਨੂੰ ਖੁਸ਼ ਕਰਨ ਲਈ ਮੇਰੇ ਸਵਾਗਤ ਦਾ ਪੂਰਾ ਇੰਤਜ਼ਾਮ ਕੀਤਾ। ਪਰ ਮੈਂ ਵੀ ਫੈਸਲਾ ਕਰ ਲਿਆ ਸੀ ਕਿ ਮੈਂ ਉਹਨਾਂ ਨੂੰ ਕਦੇ ਮਾਫ ਨਹੀਂ ਕਰਾਂਗੀ। ਸ਼ਾਮ ਹੁੰਦੇ ਹੀ ਮੇਰੇ ਪਤੀ ਅਤੇ ਮੇਰੀ ਸੱਸ ਮੇਰੇ ਘਰ ਆਏ, ਪਰ ਮੇਰੇ ਉੱਤੇ ਉਹਨਾਂ ਦੇ ਰੋਣ ਕੁਰਲਾਉਣ ਅਤੇ ਮੇਰੇ ਤੋਂ ਮਾਫੀ ਮੰਗਣ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਉਹ ਮਾਯੂਸ ਪਰਤ ਗਏ। ਕੁਝ ਦਿਨ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੀ ਸੱਸ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲ ਚੁੱਕੀ ਹੈ। ਉਹਨਾਂ ਦੇ ਪੂਰੇ ਸਰੀਰ ਨੂੰ ਲਕਵਾ ਮਾਰ ਗਿਆ ਹੈ। ਆਪਣੀ ਮਾਂ ਦੀ ਵਜ੍ਹਾ ਕਰਕੇ ਦੀਪ ਵੀ ਬਹੁਤ ਪਰੇਸ਼ਾਨ ਸੀ। ਦੀਪ ਦੀ ਵੀ ਹਾਲਤ ਬਹੁਤ ਖਰਾਬ ਸੀ। ਉਸ ਦੀ ਹਾਲਤ ਵੇਖ ਕੇ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਸੀ। ਚਾਹੇ ਉਸਨੇ ਮੇਰੇ ਨਾਲ ਜੋ ਵੀ ਕੀਤਾ, ਪਰ ਉਹ ਮੇਰੀ ਮੁਹੱਬਤ ਸੀ। ਫਿਰ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਇਸ ਖਬਰ ਤੋਂ ਜਿੱਥੇ ਮੈਨੂੰ ਖੁਸ਼ੀ ਹੋਈ ਸੀ ਉੱਥੇ ਦੁੱਖ ਵੀ। ਜਦੋਂ ਮੇਰਾ ਬੱਚਾ ਇਸ ਦੁਨੀਆ ਵਿੱਚ ਆਵੇਗਾ ਤਾਂ ਬਿਨਾਂ ਬਾਪ ਦੇ ਸਾਏ ਤੋਂ ਕਿਵੇਂ ਜੀਵੇਗਾ। ਬੱਚੇ ਲਈ ਮਾਂ ਤੇ ਬਾਪ ਦੋਨਾਂ ਦਾ ਪਿਆਰ ਜ਼ਰੂਰੀ ਹੁੰਦਾ ਹੈ ਅਤੇ ਫਿਰ ਮੈਂ ਆਪਣੇ ਬੱਚੇ ਦੀ ਖਾਤਰ ਨਾ ਚਾਹੁੰਦੇ ਹੋਏ ਵੀ ਦੀਪ ਨੂੰ ਮਾਫ ਕਰ ਦਿੱਤਾ। ਮੇਰੀ ਸੱਸ ਅਤੇ ਮੇਰੇ ਪਤੀ ਦੋਨੇ ਬਹੁਤ ਬਦਲ ਗਏ ਹਨ। ਉਹਨਾਂ ਦੀ ਜ਼ਿੰਦਗੀ ਤੋਂ ਦੌਲਤ ਦੀ ਹਵਸ ਖਤਮ ਹੋ ਚੁੱਕੀ ਹੈ। ਰੱਬ ਨੇ ਮੈਨੂੰ ਇੱਕ ਖੂਬਸੂਰਤ ਪੁੱਤਰ ਦਿੱਤਾ। ਮੈਂ ਹੱਸੀ ਖੁਸ਼ੀ ਆਪਣੀ ਜ਼ਿੰਦਗੀ ਜੀ ਰਹੀ ਹਾਂ। ਦੌਲਤ ਦਾ ਲਾਲਚ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ। ਉਹ ਸੰਭਲਦਾ ਜਾਂਦਾ ਹੈ, ਪਰ ਠੋਕਰ ਲੱਗਣ ਤੋਂ ਬਾਅਦ। ਦੋਸਤੋ, ਕੀ ਮੈਂ ਦੀਪ ਨੂੰ ਮਾਫ ਕਰਕੇ ਠੀਕ ਕੀਤਾ ਜਾਂ ਗਲਤ?